8 ਜੂਨ 2022 ਦਿਨ ਬੁੱਧਵਾਰ ਨਾਨਕਸ਼ਾਹੀ ਸੰਮਤ 554 ਜੇਠ ਮਹੀਨੇ ਦੀ 25ਵੀਂ ਤਰੀਕ ਆ। ਸੈਮੀਆਮੂ ਕੈਟਜ਼ੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸੋਹਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਆ। ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਆ ਗੇਟਵੇ ਪੀਜ਼ਾ ਐਂਡ ਸਵੀਟਸ, ਦਾ ਐਮਪਾਇਰ ਬੈਂਕਟ ਹਾਲ ਅਤੇ ਐਕਮੇ ਟਰਾਂਸਪੋਰਟ ਲਿਮਟਿਡ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਲੱਗਦੀਆਂ ਲੰਮੀਆਂ ਲਾਈਨਾਂ ਦੀ, ਉਹਦਾ ਕੀ ਹੱਲ ਕੀਤਾ ਗਿਆ, ਸਰੀ ਦੇ ਕਲੋਨੀਆਂ ਦਾ ਨਾਂ ਕਿਹੜੀ ਲਿਸਟ ਵਿੱਚ ਆ ਗਿਆ, ਮੂਲ ਵਾਸੀਆਂ ਦਾ ਇੱਕ ਮਾਰਚ BC ਵਿੱਚ ਨਿਕਲ ਰਿਹਾ ਸੀ, ਉਹਦੇ ਉੱਤੇ ਗੱਡੀ ਚਾੜਨ ਦੇ ਦੋਸ਼ ਲੱਗੇ ਆ। ਇਹ ਲੋਕ RCMP ਤੋਂ ਨਾਰਾਜ਼ ਨੇ। ਪੂਰਾ ਮਾਮਲਾ ਕੀ ਆ? ਭਾਜਪਾ ਦੀ ਜਿਹੜੀ ਕਹਿ ਲਓ ਵੀ ਉਹਨੂੰ ਵਿਵਾਦਾਂ 'ਚ ਘਿਰਨਾ ਪਿਆ। ਮਿਡਲ ਈਸਟ ਦੇ ਵਿੱਚ ਬਹੁਤ ਰੋਹ ਹੈਗਾ ਭਾਜਪਾ ਆਗੂਆਂ ਦੀਆਂ ਟਿੱਪਣੀਆਂ ਨੂੰ ਲੈ ਕੇ। ਉਸ ਤੋਂ ਬਾਅਦ ਭਾਜਪਾ ਦੀ ਅੰਦਰਲੀ ਇਨਕੁਆਇਰੀ ਦੇ ਵਿੱਚ ਕੀ ਗੱਲਾਂ ਬਾਤਾਂ ਨਿਕਲੀਆਂ, ਕੀ ਆਦੇਸ਼ ਜਿਹੜੇ ਆਪਣੇ ਆਗੂਆਂ ਨੂੰ ਉਹਨਾਂ ਨੇ ਦਿੱਤੇ ਆ, ਉਹਦੀ ਗੱਲਬਾਤ ਕਰਨੀ ਆ। ਨਾਲੇ ਗੱਲਬਾਤ ਕਰਾਂਗੇ ਚੰਡੀਗੜ੍ਹ ਲਾਗੇ ਇੱਕ ਸਬ ਤਹਿਸੀਲ ਮਾਜਰੀ ਵਿੱਚੋਂ ਗ੍ਰਿਫਤਾਰ ਹੋਏ 2 ਵਕੀਲਾਂ ਦੀ, ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਦੀ ਅਤੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਮੁੰਬਈ ਅੰਡਰਵਰਲਡ ਦੇ ਨਾਲ ਜੁੜੀਆਂ ਤਾਰਾਂ ਦੀ। ਪ੍ਰੋਗਰਾਮ ਦਾ ਸੋਹਤਾ ਸ਼ੋਅ 'ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਆ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡੀਅਨ ਹਵਾਈ ਅੱਡਿਆਂ 'ਤੇ ਆ ਰਹੀ ਪਰੇਸ਼ਾਨੀ ਤੋਂ। ਪਿਛਲੇ ਕੁਝ ਮਹੀਨਿਆਂ ਤੋਂ ਜਦੋਂ ਕਰੋਨਾ ਤੋਂ ਬਾਅਦ ਸੰਸਾਰ ਆਉਣ ਜਾਣ ਵਾਸਤੇ ਖੁੱਲ੍ਹਿਆ ਤਾਂ ਕੈਨੇਡੀਅਨ ਹਵਾਈ ਅੱਡਿਆਂ ਦੇ ਉੱਤੇ ਸਿਕਿਉਰਿਟੀ ਵਾਸਤੇ ਲੰਮੀਆਂ ਲਾਈਨਾਂ ਜਿਹੜੀਆਂ ਲੱਗ ਰਹੀਆਂ, ਇਹਦੀ ਕਾਫੀ ਜਿਹੜੀ ਆ ਸ਼ਿਕਾਇਤ ਆ ਰਹੀ ਆ। ਬਹੁਤ ਸਾਰੇ ਲੋਕਾਂ ਦੀਆਂ ਫਲਾਈਟਾਂ ਜਿਹੜੀਆਂ ਮਿਸ ਹੋਈਆਂ ਇਸ ਕਾਰਨ। ਹੁੰਦਾ ਕੀ ਹੈ ਕਿ ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਆ 9/11 ਤੋਂ ਬਾਅਦ ਸਖਤੀ ਜਿਹੜੀ ਆ ਕਾਫੀ ਕੀਤੀ ਗਈ ਸੀ। ਤੁਹਾਨੂੰ ਆਪਣੇ ਸਾਰੇ ਸਰੀਰ ਦੇ ਵਿੱਚੋਂ ਜਿਹੜੇ ਮੈਟਲਸ ਵਗੈਰਾ ਹੈਗੀਆਂ ਉਹ ਲਾਹ ਕੇ, ਇੱਥੋਂ ਕਿ ਜੁੱਤੀਆਂ ਬੈਲਟ ਲਾਹ ਕੇ ਸਿਕਿਉਰਿਟੀ ਸਕਰੀਨਿੰਗ ਕਰਾਉਣੀ ਪੈਂਦੀ ਆ। ਉੱਥੇ ਸ਼ਾਇਦ ਜਿਹੜੇ ਆ ਕਾਮਿਆਂ ਦੀ ਘਾਟ ਸੀਗੀ ਜਾਂ ਜਿਹੜਾ ਇਕਵਿਪਮੈਂਟ ਹੈ ਉਹਦੀ ਘਾਟ ਸੀਗੀ। ਲਾਈਨਅਪਸ ਜਿਹੜੀਆਂ ਬਹੁਤ ਲੰਮੀਆਂ ਲੱਗਣ ਲੱਗ ਪਈਆਂ ਸੀਗੀਆਂ। ਕਈ ਵਾਰੀ ਤਾਂ 3-3 4-4 ਘੰਟੇ ਵੀ ਲੋਕਾਂ ਨੂੰ ਖੜ੍ਹਨਾ ਪਿਆ। ਫਲਾਈਟਾਂ ਲੋਕਾਂ ਦੀਆਂ ਮਿਸ ਹੋਈਆਂ, ਲੋਕ ਬੜੇ ਪਰੇਸ਼ਾਨ ਸੀਗੇ। ਅਤੇ ਹੁਣ ਜਿਹੜੇ ਸਾਡੇ ਆਵਾਜਾਈ ਮੰਤਰੀ ਨੇ, ਟਰਾਂਸਪੋਰਟ ਮਿਨਿਸਟਰ ਓਮਰਲ ਗੈਬਰਾ, ਉਹਨਾਂ ਨੇ ਅੱਜ ਕਿਹਾ ਕਿ ਕੈਟਸ ਆ ਜਿਹੜੀ ਕਿ ਸਾਰੇ ਜਿੰਨੇ ਵੀ ਸਾਡੇ ਏਅਰਪੋਰਟ ਨੇ ਕੈਨੇਡਾ ਦੇ, ਕੈਨੇਡੀਅਨ ਏਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ, ਜਿਹੜੇ ਚਿੱਟੀ ਨੀਲੀ ਵਰਦੀ ਵਾਲੇ ਮੁਲਾਜ਼ਮ ਉੱਥੇ ਤੁਹਾਡੀ ਸਿਕਿਉਰਿਟੀ ਦੀ ਜਾਂਚ ਕਰਦੇ ਆ, ਉਹਨਾਂ ਵਿੱਚ 850 ਨਵੇਂ ਜਿਹੜੇ ਆ ਸ਼ਾਮਲ ਕੀਤੇ ਗਏ ਆ। ਹੋਰ ਮੁਲਾਜ਼ਮ ਜਿਹੜੇ 850 ਰੱਖੇ ਗਏ ਆ। ਹਾਲੇ ਵੀ ਇਹ ਭਰਤੀ ਲਗਾਤਾਰ ਜਿਹੜੀ ਚੱਲ ਰਹੀ ਆ, ਹੋਰ ਵੀ ਰੱਖੇ ਜਾਣਗੇ ਤਾਂ ਕਿ ਕੈਨੇਡੀਅਨ ਲੋਕਾਂ ਨੂੰ ਜਾਂ ਜਿਹੜੇ ਇੱਥੇ ਕੈਨੇਡਾ ਵਿੱਚੋਂ ਕਿਤੇ ਆਏ ਹੋਏ ਸੈਲਾਨੀ ਆ, ਬਾਹਰ ਜਾ ਰਹੇ ਆ, ਉਹਨਾਂ ਨੂੰ ਕਿਸੇ ਕਿਸਮ ਦੀ ਵੀ ਪਰੇਸ਼ਾਨੀ ਨਾ ਆਵੇ। ਸੋ ਇਸ ਨੂੰ ਰੋਕਣ ਦੇ ਵਾਸਤੇ ਇਹੀ ਇੱਕ ਹੱਲ ਲੱਭਿਆ ਗਿਆ ਕਿ ਹੋਰ ਮੁਲਾਜ਼ਮ ਜਿਹੜੇ ਆ ਉਹ ਭਰਤੀ ਕੀਤੇ ਜਾਣ। ਗੱਲ ਕਰੀਏ ਕ੍ਰਾਈਮ ਇੰਡੈਕਸ ਦੀ। ਨੰਬਿਓ ਨਾਂ ਦੀ ਇੱਕ ਸੰਸਥਾ ਆ ਜਿਹੜੀ ਪੂਰੇ ਦੁਨੀਆ ਦੇ ਵਿੱਚ ਗਲੋਬਲ ਕ੍ਰਾਈਮ ਇੰਡੈਕਸ ਬਣਾਉਂਦੀ ਆ। ਇਹਦੇ ਵਿੱਚ 500 ਦੇ ਕਰੀਬ ਸ਼ਹਿਰ ਜਿਹੜੇ ਆ ਉਹ ਸ਼ਾਮਲ ਕੀਤੇ ਜਾਂਦੇ ਆ ਅਤੇ ਫਿਰ ਕ੍ਰਾਈਮ ਇੰਡੈਕਸ ਤਿਆਰ ਕੀਤਾ ਜਾਂਦਾ ਕਿ ਕਿੱਥੇ ਦੁਨੀਆ ਦੇ ਵਿੱਚ ਕ੍ਰਾਈਮ ਜਿਹੜਾ ਆ ਉਹ ਸਭ ਤੋਂ ਵੱਧ ਆ। ਜਿਹੜੇ ਪਹਿਲੇ 100 ਅਪਰਾਧ ਦਰ ਵਾਲੇ ਸ਼ਹਿਰ ਆ, ਉਹਨਾਂ ਵਿੱਚ ਕੈਨੇਡਾ ਦੇ ਵੀ 2 ਸ਼ਹਿਰ ਜਿਹੜੇ ਸ਼ਾਮਲ ਆ ਅਤੇ ਉਹਨਾਂ ਵਿੱਚ ਸਰੀ ਅਤੇ ਕਲੋਨਾ ਦਾ ਨਾਂ ਜਿਹੜਾ ਆ ਉਹ ਆਇਆ ਜੀ। 49ਵੇਂ ਨੰਬਰ ਦੇ ਉੱਤੇ ਸਰੀ ਰੈਂਕ ਕੀਤੀ ਗਈ ਆ। ਦਰਜਾਬੰਦੀ ਦੇ ਵਿੱਚ 49ਵਾਂ ਥਾਂ ਰੱਖਿਆ ਗਿਆ। ਕਹਿੰਦੇ ਇੱਥੇ ਕ੍ਰਾਈਮ ਇੰਡੈਕਸ ਜਿਹੜਾ 64.34 ਆ। ਅਤੇ ਕਲੋਨਾ ਜਿਹੜਾ ਸ਼ਹਿਰ ਆ ਉਹਨੂੰ 92ਵੇਂ ਨੰਬਰ ਦੇ ਉੱਤੇ ਰੱਖਿਆ ਗਿਆ ਪੂਰੀ ਦੁਨੀਆ ਦੇ ਵਿੱਚ। ਇੱਥੇ ਕ੍ਰਾਈਮ ਇੰਡੈਕਸ 58% ਦੱਸਿਆ ਗਿਆ। ਵੈਨਕੂਵਰ ਨੂੰ 295 ਨੰਬਰ ਜਿਹੜੇ ਆ ਨੰਬਰ ਮਿਲੇ ਆ। ਅਤੇ ਇਸ ਤਰੀਕੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਸ਼ਹਿਰ ਆ ਜਿੱਥੇ ਕ੍ਰਾਈਮ ਇੰਡੈਕਸ ਜ਼ਿਆਦਾ ਆ ਉਹ ਵੈਨਜ਼ੂਏਲਾ ਦਾ ਸ਼ਹਿਰ ਕੈਰਾਕਸ ਦੱਸਿਆ ਗਿਆ ਆ। ਵੈਸੇ ਇਸ ਸੂਚੀ ਦੇ ਵਿੱਚ ਅਲਬਰਟਾ ਦਾ ਸ਼ਹਿਰ ਲੈਥਬ੍ਰਿਜ, ਰੈਡ ਡੀਅਰ ਵੀ ਸ਼ਾਮਲ ਆ। ਅੰਟਾਰੀਓ ਤੋਂ ਸਡਬਰੀ ਅਤੇ ਇਸ ਦੇ ਨਾਲ ਵਿਨੀਪੈਗ, ਓਸ਼ਵਾ, ਬਰੈਂਪਟਨ ਅਤੇ ਕੈਂਬਰਿਜ, ਹੈਮਿਲਟਨ, ਲੰਡਨ, ਰਜਾਈਨਾ, ਕੈਮਲੂਪਸ ਅਤੇ ਨਨਾਈਮੋ ਵੀ ਸ਼ਾਮਲ ਕੀਤੇ ਗਏ ਆ। ਸੋ ਇਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਇੱਥੇ ਕਾਫੀ ਜਿਹੜਾ ਕ੍ਰਾਈਮ ਇੰਡੈਕਸ ਵੱਧਿਆ ਅਤੇ ਇਹਨੂੰ ਘਟਾਉਣ ਦੀ ਲੋੜ ਹੈਗੀ ਹੈ ਜੀ। ਇਸ ਦੇ ਨਾਲ ਹੀ ਗੱਲ ਕਰੀਏ ਕੈਨੇਡੀਅਨ ਇੰਡੀਜਨਸ ਲੋਕਾਂ ਦੀ, ਮੂਲ ਵਾਸੀ ਲੋਕਾਂ ਦੀ, ਤਾਂ ਉਹਨਾਂ ਵੱਲੋਂ ਸਮੇਂ-ਸਮੇਂ ਜਿਹੜਾ ਆਪਣੇ ਨਾਲ ਹੋਏ ਧੱਕੇ ਦੀ ਗੱਲ ਜਿਹੜੀ ਕੀਤੀ ਜਾਂਦੀ ਆ। ਹੁਣ ਜਿਹੜੇ ਮੂਲ ਵਾਸੀ ਆ ਉਹ ਬੜੀ ਵੱਡੀ ਪੱਧਰ ਦੇ ਉੱਤੇ ਕੈਨੇਡਾ 'ਚ ਮੰਗ ਕਰ ਰਹੇ ਆ ਕਿ ਸਾਨੂੰ ਅਜਿਹੇ ਔਜ਼ਾਰ, ਅਜਿਹਾ ਇਕਵਿਪਮੈਂਟ, ਅਜਿਹੇ ਰਡਾਰ ਦਿੱਤੇ ਜਾਣ ਤਾਂ ਕਿ ਅਸੀਂ ਉਹ ਰਡਾਰ ਧਰਤੀ ਦੇ ਵਿੱਚ ਮਾਰ ਕੇ ਯੂਜ਼ ਕਰਕੇ ਦੇਖ ਸਕੀਏ ਕਿ ਕਿਤੇ ਥੱਲੇ ਸਾਡੇ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਤਾਂ ਨਹੀਂ ਦੱਬੀਆਂ ਹੋਈਆਂ। ਬਹੁਤ ਸਾਰੇ ਰੈਜ਼ੀਡੈਂਸ਼ੀਅਲ ਸਕੂਲ ਜਿਹੜੇ ਕਿ ਹੁਣ ਮਲਬਾ ਬਣ ਚੁੱਕੇ ਆ,
ਜਾਂ ਉੱਥੇ ਮਲਬਾ ਵੀ ਨਹੀਂ ਰਿਹਾ। ਉਹ ਕਹਿੰਦੇ ਸਾਨੂੰ ਸ਼ੱਕ ਹੈ ਵੀ ਇੱਥੇ ਸਾਡੇ ਬੱਚਿਆਂ ਦੀਆਂ ਲਾਸ਼ਾਂ ਦਫਨ ਕੀਤੀਆਂ ਹੋਈਆਂ ਆ। ਸੋ ਉਹ ਪਿੰਜਰ ਸਾਨੂੰ ਲੱਭ ਸਕਦੇ ਆ ਜੇ ਸਾਨੂੰ ਰਡਾਰ ਟੈਕਨੋਲੋਜੀ ਮਿਲ ਜਾਵੇ। ਕੈਨੇਡੀਅਨ ਸਰਕਾਰ ਜਿਹੜੀ ਆ ਉਹ ਕਈ ਵਾਰੀ ਇਹ ਗੱਲ ਕਹਿ ਚੁੱਕੀ ਆ ਕਿ ਟੈਕਨੋਲੋਜੀ ਮੁਹੱਈਆ ਕਰਵਾਈ ਜਾਊਗੀ, ਪਰ ਇਸ ਦੀ ਮੰਗ ਦੇ ਵਾਸਤੇ ਮਿਸ਼ਨ BC ਦਾ ਇੱਕ ਸ਼ਹਿਰ ਆ, ਉੱਥੋਂ ਦੇ ਜਿਹੜੇ ਮੂਲ ਵਾਸੀਆਂ ਕਬੀਲੇ ਆਲੇ ਦੁਆਲੇ ਦੇ ਉੱਤੇ ਇਕੱਠੇ ਹੋਏ ਸੀਗੇ। ਉਹਨਾਂ ਨੇ ਵੀਕਐਂਡ ਦੇ ਉੱਤੇ ਇੱਕ ਮਾਰਚ ਲਿਖਿਆ ਸੀਗਾ, ਅਤੇ ਇਹ ਮਾਰਚ ਜਦੋਂ ਜਾ ਰਿਹਾ ਸੀਗਾ ਤਾਂ ਇੱਕ ਵਿਅਕਤੀ ਵੱਲੋਂ ਉਹਨਾਂ ਉੱਤੇ ਗੱਡੀ ਚਾੜ੍ਹੀ ਗਈ, ਜਿਹਦੇ 'ਚ ਪਤਾ ਲੱਗਾ ਕਿ 4 ਜਣੇ ਜ਼ਖਮੀ ਹੋਏ ਆ। ਬਕਾਇਦਾ ਉੱਥੇ RCMP ਨੂੰ ਬੁਲਾਇਆ ਗਿਆ, ਪਰ RCMP ਦੀ ਕਾਰਗੁਜ਼ਾਰੀ ਤੋਂ ਇਹ ਲੋਕ ਖੁਸ਼ ਨਹੀਂ ਹੈਗੇ। ਉਹ ਕਹਿੰਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ RCMP ਨੂੰ ਜਾ ਕੇ ਮਿਲਣ ਜਾ ਰਹੇ ਹਾਂ ਵੀ ਉਹ ਵਿਅਕਤੀ ਜਿਹਨੇ ਇਹ ਗੱਡੀ ਚਾੜ੍ਹੀ ਸੀ ਉਹਨੂੰ ਛੱਡਿਆ ਕਿਉਂ ਗਿਆ, ਵੀ ਜੇ ਇਹੀ ਕਿਤੇ ਹੋਰ ਦੁਨੀਆ ਦੇ ਵਿੱਚ ਕਾਰਾ ਕੀਤਾ ਗਿਆ ਹੁੰਦਾ ਤਾਂ ਇਹਨੂੰ ਸ਼ਾਇਦ ਅੱਤਵਾਦੀ ਕਾਰਵਾਈ ਕਰਾਰ ਦੇ ਦਿੰਦੇ ਜਾਂ ਤਰ੍ਹਾਂ ਤਰ੍ਹਾਂ ਦੇ ਨਾਂ ਹੁੰਦੇ। ਬੇਸ਼ੱਕ ਇਸ ਘਟਨਾ ਦੇ ਵਿੱਚ ਜ਼ਖਮੀ ਹੀ ਹੋਏ ਆ ਬੰਦੇ, ਕਿਸੇ ਦੀ ਜਾਨ ਨਹੀਂ ਗਈ, ਪਰ ਇਸ ਨੂੰ ਬੜੀ ਸੀਰੀਅਸਲੀ ਲੈਣ ਦੀ ਲੋੜ ਸੀਗੀ। ਉਸ ਵਿਅਕਤੀ ਦੀ ਗੱਡੀ ਰੱਖ ਲਈ ਗਈ ਹੈ, ਪਰ ਉਸ ਵਿਅਕਤੀ ਨੂੰ ਜਾਣ ਦਿੱਤਾ ਗਿਆ ਅਤੇ ਕਿਸੇ ਵੀ ਤਰੀਕੇ ਦੇ ਚਾਰਜ ਜਿਹੜੇ ਹਜੇ ਤੱਕ ਉਹਦੇ ਉੱਤੇ ਨਹੀਂ ਲਾਏ ਗਏ। ਇਸ ਗੱਲ ਨੂੰ ਲੈ ਕੇ ਮੂਲ ਨਿਵਾਸੀਆਂ ਦੇ ਜਿਹੜੇ ਆਗੂ ਨੇ ਇਹ ਕਾਫੀ ਖਫਾ ਆ, ਅਤੇ ਸਰਕਾਰ ਪਾਸੋਂ RCMP ਕੋਲੋਂ ਜਵਾਬਦਾਹੀ ਜਿਹੜੀ ਆ ਉਹ ਮੰਗੀ ਜਾ ਰਹੀ ਆ। ਇੱਕ ਸੇਂਟ ਮੈਰੀ ਇੰਸਟੀਚਿਊਸ਼ਨ ਆ, ਉੱਥੇ ਉਹਨਾਂ ਨੂੰ ਸ਼ੱਕ ਆ ਕਿ ਇਹਦੇ ਥੱਲੇ, ਕਿਉਂਕਿ ਇੱਥੇ ਕਹਿੰਦੇ ਰੈਜ਼ੀਡੈਂਸ਼ੀਅਲ ਸਕੂਲ ਹੋਇਆ ਕਰਦਾ ਸੀ ਕਿਸੇ ਵੇਲੇ, ਵੀ ਇਹਦੇ ਥੱਲੇ ਕਿਤੇ ਨਾ ਕਿਤੇ ਲਾਸ਼ਾਂ ਜਿਹੜੀਆਂ ਦਫਨ ਜ਼ਰੂਰ ਹੋ ਸਕਦੀਆਂ ਆ। ਸੋ ਇਸ ਮੰਗ ਨੂੰ ਲੈ ਕੇ ਕਿ ਸਾਨੂੰ ਰਡਾਰ ਸਿਸਟਮ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਅਸੀਂ ਉਹਦੀ ਵਰਤੋਂ ਦੇ ਨਾਲ ਇੱਥੇ ਪਤਾ ਕਰ ਸਕੀਏ ਕਿ ਜਿਹੜੇ ਇਸ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਸੀਗੇ, ਕੀ ਉਹਨਾਂ ਦੀਆਂ ਲਾਸ਼ਾਂ, ਜਿਹੜੇ ਬੱਚੇ ਲਾਪਤਾ ਹੋਏ ਆ, ਇਹ ਥੱਲੇ ਤਾਂ ਨਹੀਂ ਦੱਬੀਆਂ ਹੋਈਆਂ। ਸੋ ਇਸ ਮੰਗ ਨੂੰ ਲੈ ਕੇ ਮਾਰਚ ਜਿਹੜਾ ਕੱਢਿਆ ਗਿਆ ਸੀਗਾ, ਅਤੇ ਉਹ ਕਹਿੰਦੇ ਸਾਨੂੰ ਬੜਾ ਦੁੱਖ ਹੋਇਆ ਵੀ ਇੱਕ ਵਿਅਕਤੀ ਜਿਹੜਾ ਆ, ਜਦੋਂ ਅਸੀਂ ਮਾਰਚ ਸ਼ੁਰੂ ਕਰਨ ਵਾਲੇ ਸੀ ਉਦੋਂ ਤੋਂ ਸਾਨੂੰ ਜਿਹੜਾ ਗਲਤ ਬੋਲ ਰਿਹਾ ਸੀਗਾ, ਸਾਡੇ ਬਾਰੇ ਭੱਦੀਆਂ ਟਿੱਪਣੀਆਂ ਕਰ ਰਿਹਾ ਸੀਗਾ, ਅਤੇ ਇੱਥੋਂ ਤੱਕ ਵੀ ਸਾਨੂੰ ਕਿਹਾ ਗਿਆ ਕਿ ਤੁਸੀਂ ਹੁਣ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਮਾਮਲਾ ਭੁੱਲ ਕਿਉਂ ਨਹੀਂ ਜਾਂਦੇ। ਉਹ ਕਹਿੰਦੇ ਇਸ ਤਰ੍ਹਾਂ ਤੁਸੀਂ ਸਮਝ ਲਵੋ ਵੀ ਦੁਨੀਆ ਦੇ ਵਿੱਚ 2 ਸੰਸਾਰ ਯੁੱਧ ਹੋਏ ਆ, World War I, World War II। ਜੇ ਉਹਦੇ ਵਿੱਚ ਲੜਨ ਵਾਲੇ ਜਿਹੜੇ ਫੌਜੀ ਆ, ਜਿਹਨੂੰ ਆਪਾਂ ਵੈਟਰਨ ਕਹਿੰਦੇ ਆ, ਵੈਟ ਕਹਿੰਦੇ ਆ, ਵੀ ਜੇ ਉਹਨਾਂ ਨੂੰ ਕੋਈ ਕਹੇ ਵੀ ਤੁਸੀਂ ਵਿਸ਼ਵ ਯੁੱਧ ਭੁੱਲ ਜਾਓ ਤਾਂ ਹੋ ਸਕਦਾ ਆ। ਕਹਿੰਦੇ ਸਾਡੇ ਨਾਲ ਇੰਨਾ ਧੱਕਾ ਹੋਇਆ, ਹਜੇ ਤੱਕ ਅਸੀਂ ਟਰੋਮਾ ਦੇ ਵਿੱਚ ਆ, ਉਹ ਗੱਲਾਂ ਸਾਤੋਂ ਭੁਲਾਈਆਂ ਨਹੀਂ ਜਾ ਰਹੀਆਂ, ਅਤੇ ਸਾਨੂੰ ਇੱਦਾਂ ਧੱਕੇ ਨਾਲ ਭੁਲਾਉਣ ਦੀ ਗੱਲ ਕਹੀ ਜਾ ਰਹੀ ਹੈ। ਅਤੇ ਉੱਤੋਂ ਜਦੋਂ ਅਸੀਂ ਕੋਈ ਮਾਰਚ ਕੱਢਦੇ ਹਾਂ ਪੀਸਫੁੱਲ, ਕੋਈ ਮੰਗ ਰੱਖਦੇ ਹਾਂ, ਤਾਂ ਸਾਡੇ ਉੱਤੇ ਜਿਹੜੀ ਗੱਡੀ ਚਾੜ੍ਹੀ ਜਾਂਦੀ ਆ। ਇਸ ਗੱਲ ਕਰਕੇ ਭਾਈਚਾਰਾ ਨਾਰਾਜ਼ ਚੱਲ ਰਿਹਾ। ਦੂਜੇ ਪਾਸੇ ਅੱਜ ਕੈਨੇਡਾ ਸਰਕਾਰ ਨੇ, ਜਿਹੜੇ ਸਾਡੇ ਜਸਟਿਸ ਮਿਨਿਸਟਰ ਨੇ, ਨਿਆਂ ਮੰਤਰੀ ਡੇਵਿਡ ਲਮੇਟੀ, ਉਹਨਾਂ ਨੇ ਕਿੰਬਰਲੀ ਮੁਰੇ ਨਾਂ ਦੀ ਇੱਕ ਔਰਤ ਨੂੰ ਇੱਕ ਵਿਚੋਲਗਰੀ ਦੇ ਵਾਸਤੇ ਇੱਕ ਅਹੁਦਾ ਜਿਹੜਾ ਉਹਦਾ ਸਥਾਪਿਤ ਕੀਤਾ। ਮੋਹਾਕ ਕਿਬੈਕ ਦੇ ਵਿੱਚ ਮੋਹਾਕ ਕਬੀਲੇ ਦੇ ਨਾਲ ਸੰਬੰਧਿਤ ਔਰਤ, ਜਿਹਨੇ ਕਿ ਬੀਤੇ ਦੇ ਵਿੱਚ ਇਸ ਮਾਮਲਿਆਂ ਦੇ ਨਾਲ ਸੰਬੰਧ ਵਿੱਚ ਬਹੁਤ ਕੰਮ ਕੀਤਾ ਹੋਇਆ ਆ। ਜਿਹੜਾ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਣਾਇਆ ਸੀਗਾ, ਇਹ ਜਾਂਚ ਕਰਨ ਦੇ ਵਾਸਤੇ ਕਿ ਮੂਲ ਵਾਸੀਆਂ ਨਾਲ ਕਿੰਨਾ ਕੁ ਧੱਕਾ ਹੋਇਆ, ਅਤੇ ਉਹਨੂੰ ਹੁਣ ਸਹੀ ਕਰਨ ਦੇ ਵਾਸਤੇ ਕੈਨੇਡਾ ਸਰਕਾਰ ਕੀ ਕਰ ਸਕਦੀ ਆ। ਕਿੰਬਰਲੀ ਮੁਰੇ ਉਸ ਦੇ ਵਿੱਚ ਐਗਜ਼ੈਕਟਿਵ ਡਾਇਰੈਕਟਰ ਵੀ ਰਹੀ ਆ। ਇਸ ਤੋਂ ਇਲਾਵਾ ਉਹਨੇ ਹੋਰ ਬਹੁਤ ਸਾਰੀਆਂ ਥਾਂ ਦੇ ਉੱਤੇ ਮੂਲ ਵਾਸੀਆਂ ਦੇ ਨਾਲ ਅਤੇ ਸਰਕਾਰ ਦੇ ਨਾਲ ਕੰਮ ਕੀਤਾ ਹੋਇਆ। ਸੋ ਉਹਨਾਂ ਨੂੰ ਵਿਚੋਲਿਆਂ ਦੇ ਵਾਂਗ ਵਰਤਿਆ ਜਾਣਾ ਵਿਚਾਲੇ, ਤਾਂ ਕਿ ਉਹ ਸਰਕਾਰ ਦੀ ਗੱਲ ਜਿਹੜੀ ਆ ਮੂਲ ਵਾਸੀਆਂ ਤੱਕ ਅਤੇ ਮੂਲ ਵਾਸੀਆਂ ਦੀ ਗੱਲ ਸਰਕਾਰ ਤੱਕ ਨਿਰਪੱਖ ਹੋ ਕੇ ਪਹੁੰਚਾ ਸਕਣ। ਦੋਵਾਂ ਧਿਰਾਂ ਨੂੰ ਉਹਨਾਂ ਦੇ ਉੱਤੇ ਯਕੀਨ ਹੋਵੇ ਤਾਂ ਕਿ ਮੁੜ ਕੇ ਰੀਕਨਸੀਲੀਏਸ਼ਨ ਵਧਿਆ ਜਾ ਸਕੇ ਜੀ। ਗੱਲ ਜੇ ਭਾਜਪਾ ਦੀ ਕਰੀਏ ਤਾਂ ਭਾਜਪਾ ਬਾਰੇ ਆਪਾਂ 2 ਦਿਨ ਤੋਂ ਗੱਲ ਕਰ ਰਹੇ ਹਾਂ ਕਿ ਪੂਰੇ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਪ੍ਰਤੀ ਗੁੱਸਾ ਆ। ਭਾਰਤ ਸਰਕਾਰ ਤੋਂ ਜਨਤਕ ਤੌਰ ਦੇ ਉੱਤੇ ਮਾਫੀ ਮੰਗਵਾਉਣ ਦੀ ਗੱਲ ਚੱਲ ਰਹੀ ਆ। ਇਹਦੀ ਬਕਾਇਦਾ ਮੰਗ ਕੀਤੀ ਗਈ ਆ, UN ਦੇ ਵਿੱਚ ਭਾਰਤ ਦੀ ਸ਼ਿਕਾਇਤ ਕੀਤੀ ਗਈ ਆ। ਦੂਜੇ ਪਾਸੇ ਭਾਰਤ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਆ, ਬੁੱਧੀਜੀਵੀ ਆ, ਪੱਤਰਕਾਰ ਆ, ਉਹ ਕਹਿੰਦੇ ਵੀ ਇਹਦੇ ਵਾਸਤੇ ਭਾਜਪਾ ਕਸੂਰਵਾਰ ਆ, ਭਾਰਤ ਸਰਕਾਰ ਦਾ ਕੋਈ ਕਸੂਰ ਨਹੀਂ ਹੈਗਾ। ਉਹ ਕਹਿੰਦੇ ਜਿਹੜੀ ਭਾਜਪਾ ਪਾਰਟੀ ਆ, ਭਾਰਤੀ ਜਨਤਾ ਪਾਰਟੀ, ਇਹਦੇ ਆਗੂਆਂ ਨੇ ਜਿਹੜੀ ਆ ਗਲਤੀ ਕੀਤੀ ਆ, ਨਾ ਕਿ ਭਾਰਤ ਨੇ ਕੀਤੀ ਆ। ਇਸ ਕਰਕੇ ਭਾਜਪਾ ਆਗੂਆਂ ਦਾ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ। ਹੁਣ ਇਸ ਗੱਲ ਨੂੰ ਲੈ ਕੇ ਜਦੋਂ ਤਰ੍ਹਾਂ ਤਰ੍ਹਾਂ ਦੇ ਵਿਵਾਦ ਚੱਲ ਰਹੇ ਆ, ਤਾਂ ਅਜਿਹੇ ਦੇ ਵਿੱਚ ਭਾਜਪਾ ਨੇ ਇੱਕ ਆਪਣਾ ਅੰਦਰੂਨੀ ਕਹਿ ਲਓ ਕਿ ਇੱਕ ਜਾਂਚ ਕਰਵਾਈ ਆ ਅੰਦਰ, ਅਤੇ 38 ਆਗੂਆਂ ਦੀ ਪਛਾਣ ਜਿਹੜੀ ਕੀਤੀ ਦੱਸੀ ਜਾ ਰਹੀ ਆ। ਇਹਨਾਂ 38 ਦੇ ਵਿੱਚੋਂ 27 ਆਗੂ ਇਹੋ ਜਿਹੇ ਆ ਜਿਹੜੇ ਕਿ ਭਾਜਪਾ ਦੇ ਵੱਲੋਂ ਭਾਜਪਾ ਦੀ ਸੀਟ ਦੇ ਉੱਤੇ ਕਿਤੇ MLA ਜਾਂ MP ਆ, ਅਤੇ 11 ਕੁ ਜਾਣੇ ਅਜਿਹੇ ਆ ਜਿਹੜੇ ਕਿ ਕਿਤੇ ਚੁਣੇ ਨਹੀਂ ਗਏ ਹੈਗੇ, ਪਰ ਉਹ ਵੈਸੇ ਭਾਜਪਾ ਦੇ ਸਿਰ ਕੱਢ ਲੀਡਰ ਹੈਗੇ ਆ, ਅਤੇ ਗਾਹੇ ਬਗਾਹੇ ਜਿਹੜੇ ਆ ਬਿਆਨ ਦਿੰਦੇ ਰਹਿੰਦੇ ਆ ਘੱਟ ਗਿਣਤੀਆਂ ਦੇ ਪ੍ਰਤੀ, ਖਾਸ ਕਰਕੇ ਮੁਸਲਮਾਨਾਂ ਦੇ ਪ੍ਰਤੀ, ਜਿਨ੍ਹਾਂ ਦੇ ਉੱਤੇ ਜ਼ਿਆਦਾ ਇਤਰਾਜ਼ ਉਠਾਇਆ ਜਾਂਦਾ ਜੀ। ਬੇਸ਼ੱਕ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਜਿਹੜੇ ਕਿ ਮੌਜੂਦਾ ਕੰਟਰੋਵਰਸੀ ਦੇ ਮੋਹਰੀ ਸੀਗੇ, ਉਹਨਾਂ ਨੂੰ ਭਾਜਪਾ ਨੇ ਕੱਢ ਦਿੱਤਾ ਆ, ਪਰ ਜਿਹੜੇ 38 ਜਾਣੇ ਆਇਡੈਂਟੀਫਾਈ ਖੁਦ ਭਾਜਪਾ ਨੇ ਕੀਤੇ ਆ, ਇਹਨਾਂ ਦੇ ਵਿੱਚ ਭਾਜਪਾ ਦੇ IT ਸੈੱਲ ਦਾ ਦਾਅਵਾ ਆ ਕਿ 5200 ਜਿਹੜੇ ਇਹੋ ਜਿਹੇ ਆ
ਜਿਨ੍ਹਾਂ ਦੇ 5200 ਦੇ ਕਰੀਬ ਇਹਨਾਂ ਦੇ ਬਿਆਨ ਇਹੋ ਜਿਹੇ ਜਿਹੜੇ ਕਿ ਗੈਰ ਜ਼ਰੂਰੀ ਸੀ, ਬੇਮਤਲਬ ਬਿਆਨ ਦਿੱਤੇ ਗਏ ਆ। 2700 ਬਿਆਨ ਇਹੋ ਜਿਹੇ ਜਿਹੜੇ ਕਿ ਸੰਵੇਦਨਸ਼ੀਲ ਆ, ਲੋਕਾਂ ਨੂੰ ਹੋਰ ਧਰਮਾਂ ਨੂੰ ਭੜਕਾਉਣ ਵਾਲੇ ਆ। ਤੇ ਇਹਨਾਂ ਦੇ ਵਿੱਚ ਜਿਹੜੇ ਵਿਅਕਤੀਆਂ ਦੇ ਨਾਂ ਸ਼ਾਮਲ, ਇਹਨਾਂ ਵਿੱਚ ਅਨੰਤ ਕੁਮਾਰ ਹੇਗੜੇ, ਸ਼ੋਭਾ ਕਰੰਦਲਾਜੇ, ਗਿਰੀਰਾਜ ਸਿੰਘ, ਤਥਾਗਤ ਰਾਏ, ਪ੍ਰਤਾਪ ਸਿਨਹਾ, ਵਿਨੇ ਕਟਿਆਰ, ਮਹੇਸ਼ ਸ਼ਰਮਾ, ਟੀ ਰਾਜਾ ਸਿੰਘ, ਵਿਕਰਮ ਸਿੰਘ ਸੈਣੀ, ਸਾਕਸ਼ੀ ਮਹਾਰਾਜ ਅਤੇ ਸੰਗੀਤ ਸੋਮ। ਇਹਨਾਂ ਵਿੱਚੋਂ ਬਹੁਤਿਆਂ ਨੂੰ ਤੁਸੀਂ ਟਵਿੱਟਰ ਦੇ ਉੱਤੇ ਜਾਂ ਫੇਸਬੁੱਕ 'ਤੇ ਜ਼ਰੂਰ ਜਾਂ ਯੂਟਿਊਬ ਦੇ ਉੱਤੇ ਅੱਗ ਉੱਬਲਦੇ ਦੇਖਿਆ ਹੋਊਗਾ। ਸੋ ਇਹ ਵਿਅਕਤੀ ਭਾਜਪਾ ਨੇ ਖੁਦ ਆਇਡੈਂਟੀਫਾਈ ਕੀਤੇ ਆ ਕਿ ਇਹ ਕਿਤੇ ਨਾ ਕਿਤੇ ਭਾਜਪਾ ਦਾ ਅਕਸ ਜਿਹੜਾ ਵਿਗਾੜ ਰਹੇ ਆ। ਸੋ ਇਹਨਾਂ ਨੂੰ ਹੁਣ ਆਦੇਸ਼ ਇਹ ਦਿੱਤੇ ਗਏ ਆ ਵੀ ਤੁਸੀਂ ਗਾਂ ਤੋਂ ਜਿਹੜੀ ਵੀ ਗੱਲ ਕਰਨੀ ਆ ਉਹ ਆਪਣੇ ਸੀਨੀਅਰ ਆਗੂਆਂ ਨਾਲ ਸਲਾਹ ਕਰਕੇ ਕਰਨੀ ਆ। ਸਪੈਸ਼ਲੀ ਤੁਸੀਂ ਧਾਰਮਿਕ ਮੁੱਦੇ 'ਤੇ ਬੋਲ ਰਹੇ ਹੋ ਤਾਂ ਜਿਹੜੇ ਆਪਣੇ ਸ਼ਬਦ ਆ ਉਹ ਬੜੇ ਸੰਕੋਚ ਕੇ ਵਰਤਣੇ ਆ, ਪ੍ਰੂਵ ਕਰਾਉਣੇ ਆ ਵੀ ਅਸੀਂ ਕਿਹੜੀ ਗੱਲ ਕਹਿਣੀ ਆ ਅਤੇ ਕਿਹੜੀ ਗੱਲ ਨਹੀਂ ਕਹਿਣੀ। ਪਰ ਹਾਲੇ ਵੀ ਮਿਡਲ ਈਸਟ ਦੇ ਵਿੱਚ ਰੋਸ ਬਰਕਰਾਰ ਆ। ਬਹੁਤ ਸਾਰੇ ਭਾਰਤੀ ਕਾਮਿਆਂ ਦੀ ਕੰਮ ਤੋਂ ਛੁੱਟੀ ਹੋ ਚੁੱਕੀ ਆ, ਬਹੁਤ ਸਾਰਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਆ। ਭਾਰਤੀ ਵਸਤਾਂ ਦਾ ਮਿਡਲ ਈਸਟ ਦੇ ਵਿੱਚ ਬਾਈਕਾਟ ਕੀਤਾ ਗਿਆ ਅਤੇ ਮੰਗ ਹਾਲੇ ਵੀ ਬਰਕਰਾਰ ਆ ਕਿ ਭਾਰਤ ਸਰਕਾਰ ਜਿਹੜੀ ਆ ਜਨਤਕ ਤੌਰ ਦੇ ਉੱਤੇ ਮਾਫੀ ਮੰਗੇ ਕਿ ਭਾਜਪਾ ਦੇ ਦੋ ਆਗੂਆਂ ਨੇ ਹਜ਼ਰਤ ਮੁਹੰਮਦ ਹੋਣਾ ਦੀ ਜਿਹੜੀ ਆ ਬੇਇੱਜ਼ਤੀ ਕੀਤੀ ਆ, ਉਹਨਾਂ ਦੇ ਖਿਲਾਫ ਬੇਹੁਦਾ ਟਿੱਪਣੀਆਂ ਕੀਤੀਆਂ ਆ। ਗੱਲ ਕਰੀਏ ਚੰਡੀਗੜ੍ਹ ਦੀ। ਚੰਡੀਗੜ੍ਹ ਦੇ ਨਾਲ ਲੱਗਦਾ ਸ਼ਹਿਰ ਮੋਹਾਲੀ, ਜਿਹਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ। ਇਹਦੀ ਸਬ ਤਹਿਸੀਲ ਮਾਜਰੀ ਆ ਜੀ। ਉੱਥੇ ਇੱਕ ਵਕੀਲਾਂ ਦੇ ਕੈਬਨ ਬਾਰੇ ਲੋਕ ਸ਼ਿਕਾਇਤ ਕਰ ਰਹੇ ਸੀਗੇ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ। ਉਹ ਕਹਿੰਦੇ ਵੀ ਦੋ ਵਕੀਲ ਆ ਜਿਹੜੇ ਬਿਨਾਂ ਕਿਸੇ ਮਰਿਆਦਾ ਤੋਂ ਨੰਗੇ ਸਿਰ ਪੈਰਾਂ ਦੇ ਵਿੱਚ ਜੁੱਤੀਆਂ ਪਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਤੋਂ ਅਨੁਵਾਦ ਕਰ ਰਹੇ ਆ। ਸੋ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ। ਇੱਕ ਟੀਮ ਬਣਾ ਕੇ ਜਦੋਂ ਉੱਥੇ ਪਹੁੰਚੀ ਤਾਂ ਜਿਹੜੀ ਸ਼ਿਕਾਇਤ ਸੀਗੀ ਉਹ ਸੱਚੀ ਲੱਗੀ। ਬਿਲਕੁਲ ਉਹੀ ਕੁਝ ਹੋ ਰਿਹਾ ਸੀਗਾ। ਅਨੁਵਾਦ ਕੀਤੇ ਪੰਨੇ ਜਿਹੜੇ ਆ ਉਹ ਪੈਰਾਂ ਵਿੱਚ ਰੁਲ ਰਹੇ ਸੀਗੇ ਅਤੇ ਇਸ ਦੇ ਨਾਲ ਦੀ ਨਾਲ ਦੋਵੇਂ ਜਿਹੜੇ ਵਿਅਕਤੀ ਆ ਇਹਨਾਂ ਦੇ ਸਿਰੋਂ ਨੰਗੇ ਸੀਗੇ ਅਤੇ ਪੈਰਾਂ ਵਿੱਚ ਜੁੱਤੀਆਂ ਪਾਈਆਂ ਹੋਈਆਂ ਸੀ ਅਤੇ ਪੂਰੀ ਤਰ੍ਹਾਂ ਕੋਈ ਵੀ ਅਦਬ ਜਿਹੜਾ ਆ ਨਹੀਂ ਰੱਖਿਆ ਗਿਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਉੱਥੇ ਸੈਂਚੀਆਂ ਸੀਗੀਆਂ ਜਾਂ ਜਿਹੜੇ ਅਨੁਵਾਦ ਕੀਤੇ ਪੰਨੇ ਸੀਗੇ ਉਹ ਉੱਥੋਂ ਚੁੱਕ ਲਏ ਗਏ ਆ। ਇਹ ਵਿਅਕਤੀ ਜਿਨ੍ਹਾਂ ਦੀ ਪਛਾਣ ਜਗਤਾਰ ਤੀੜਾ ਅਤੇ ਜਗਤਾਰ ਚਾਂਦਪੁਰ ਵਜੋਂ ਕੀਤੀ ਗਈ ਆ, ਦੋਵੇਂ ਵਕੀਲ ਆ। ਇਹ ਕਹਿੰਦੇ ਸਾਨੂੰ ਹਾਈ ਕੋਰਟ ਦੇ ਕਿਸੇ ਵਕੀਲ ਨੇ ਇਹ ਅਸਾਈਨਮੈਂਟ ਦਿੱਤੀ ਸੀ, ਕੰਮ ਦਿੱਤਾ ਸੀਗਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰਕੇ ਮੈਨੂੰ ਦਿਓ। ਜਦੋਂ ਇਹਨਾਂ ਨੂੰ ਸਵਾਲ ਕੀਤਾ ਗਿਆ ਵੀ ਤੁਸੀਂ ਕਦੀ ਪਹਿਲਾਂ ਕਿਸੇ ਧਾਰਮਿਕ ਗ੍ਰੰਥ ਦਾ ਇਸ ਤਰ੍ਹਾਂ ਅਨੁਵਾਦ ਕੀਤਾ ਹੈ ਕਿਸੇ ਵੀ ਧਰਮ ਦੀ ਦਾ, ਉਹ ਕਹਿੰਦੇ ਨਹੀਂ, ਇਹ ਸਾਡਾ ਪਹਿਲਾ ਅਨੁਵਾਦ ਹੈਗਾ। ਸੋ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਟਰਾਂਸਲੇਸ਼ਨ ਦਾ ਕੰਮ ਕਰਦੇ ਆ, ਵੀ ਤੁਸੀਂ ਕਦੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਆ? ਕਹਿੰਦੇ ਨਹੀਂ, ਵੀ ਸਾਨੂੰ ਇਹਦੇ ਬਾਰੇ ਵੀ ਕੋਈ ਜਾਣਕਾਰੀ ਹੈ ਨਹੀਂ। ਸੋ ਜਿਹੜੇ ਬੰਦੇ ਨੇ ਕਦੀ ਕਿਸੇ ਧਾਰਮਿਕ ਗ੍ਰੰਥ ਦਾ ਅਨੁਵਾਦ ਨਹੀਂ ਕੀਤਾ, ਉਹ ਧਾਰਮਿਕ ਗ੍ਰੰਥ ਪੜ੍ਹਿਆ ਨਹੀਂ, ਅਤੇ ਉਹ ਫਿਰ ਟਰਾਂਸਲੇਸ਼ਨ ਕਿੰਨੀ ਕੁ ਕਰ ਦਊਗਾ ਜਾਂ ਕਿੰਨੀ ਕੁ ਸਹੀ ਕਰ ਦਊਗਾ, ਉਹਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ। ਅਤੇ ਇਹਦੇ ਪਿੱਛੇ ਮਨਸ਼ਾ ਕੀ ਸੀਗੀ ਵੀ ਉਹ ਜਿਹੜਾ ਹਾਈ ਕੋਰਟ ਦਾ ਵਕੀਲ ਆ ਉਹਦਾ ਵੀ ਹੁਣ ਨਾਂ ਵਿੱਚ ਆ ਰਿਹਾ, ਉਹਦੇ ਉੱਤੇ ਵੀ ਸ਼ਾਇਦ ਕੇਸ ਦਰਜ ਹੋ ਸਕਦਾ ਵੀ ਉਹ ਕਿਹੜੀ ਮਨਸ਼ਾ ਦੇ ਨਾਲ ਇਹ ਟਰਾਂਸਲੇਸ਼ਨ ਕਰਵਾਉਣਾ ਚਾਹੁੰਦਾ ਸੀਗਾ, ਜਦੋਂ ਕਿ ਪਹਿਲਾਂ ਹੀ ਬਹੁਤ ਸਾਰੇ ਅਨੁਵਾਦ ਜਿਹੜੇ ਮੌਜੂਦ ਹੈਗੇ ਆ। ਸੋ ਇਹ ਦੋਨਾਂ ਜਣਿਆਂ ਦੇ ਉੱਤੇ ਚਾਰਜ ਲਾ ਦਿੱਤੇ ਗਏ ਆ। ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਆ ਅਤੇ ਜਿਸ ਵਕੀਲ ਹਾਈ ਕੋਰਟ ਦੇ ਕਹਿਣ ਦੇ ਉੱਤੇ ਕੰਮ ਕਰ ਰਹੇ ਸੀਗੇ ਉਹਦੇ ਖਿਲਾਫ ਵੀ ਸ਼ਿਕਾਇਤ ਜਿਹੜੀ ਆ ਉਹ ਦਰਜ ਕਰਵਾਈ ਗਈ ਹੈ ਜੀ। ਇਸ ਦੇ ਨਾਲ ਹੀ ਆਪਾਂ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਬਾਰੇ ਗੱਲਬਾਤ ਕਰ ਰਹੇ ਹਾਂ। 29 ਮਈ ਨੂੰ ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਉਹਨਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀਗਾ। ਬੇਸ਼ੱਕ ਪੰਜਾਬ ਸਰਕਾਰ ਪੁਲਿਸ ਜਿਹੜੀ ਆ ਦਾਅਵਾ ਕਰ ਰਹੀ ਆ ਕਿ ਜਿਹੜੇ ਕਾਤਲ ਆ ਜਲਦੀ ਫੜੇ ਜਾਣਗੇ, ਪਰ ਹਾਲੇ ਤੱਕ ਪੂਰੀ ਗੱਲ ਜਿਹੜੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀ। ਇਸੇ ਦੌਰਾਨ ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਜਿਹੜਾ ਆ ਉਹ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਉਹਨਾਂ ਦੇ ਪਿੰਡ ਕੀਤਾ ਗਿਆ ਅਤੇ ਉਸ ਤੋਂ ਬਾਅਦ ਅੰਤਿਮ ਅਰਦਾਸ ਜਿਹੜੀ ਆ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਲਿਖੀ ਗਈ ਸੀਗੀ, ਜਿੱਥੇ ਕਿ ਇਕੱਲੇ ਪੰਜਾਬ 'ਚੋਂ ਹੀ ਨਹੀਂ ਬਲਕਿ ਪੂਰੇ ਭਾਰਤ 'ਚੋਂ ਅਤੇ ਦੁਨੀਆ ਦੇ ਕਈ ਮੁਲਕਾਂ ਤੋਂ ਜਿਹੜੇ ਲੋਕ ਆ ਹੁੰਮ ਹੁਮਾ ਕੇ ਉੱਥੇ ਪਹੁੰਚੇ ਆ। ਜਿਹੜੀਆਂ ਲੰਗਰ ਛਕਾਉਣ ਵਾਲੀਆਂ ਸੰਸਥਾਵਾਂ ਆ ਉਹਨਾਂ ਦੇ ਅੰਦਾਜ਼ੇ ਦੇ ਮੁਤਾਬਕ 2.5 ਲੱਖ ਦੇ ਕਰੀਬ ਇਕੱਠ ਜਿਹੜਾ ਆ ਹੋਇਆ ਦੱਸਿਆ ਜਾ ਰਿਹਾ। ਸਵੇਰ ਤੋਂ ਦਾਣਾ ਮੰਡੀ ਨੂੰ ਜਾਂਦੀਆਂ ਸੜਕਾਂ ਜਿਹੜੀਆਂ ਭਰੀਆਂ ਜਾ ਰਹੀਆਂ ਸੀਗੀਆਂ। ਹਰ ਉਮਰ ਹਰ ਵਰਗ ਦੇ ਲੋਕ ਜਿਹੜੇ ਇਹਦੇ ਵਿੱਚ ਸ਼ਾਮਲ ਹੋਏ ਆ ਅਤੇ ਅੰਤਿਮ ਅਰਦਾਸ ਦੇ ਵਿੱਚ ਸੰਗਤ ਰੂਪ ਦੇ ਵਿੱਚ ਸ਼ਾਮਲ ਹੋ ਕੇ ਲੋਕਾਂ ਨੇ ਆਪਣੇ ਮਹਿਬੂਬ ਕਲਾਕਾਰ ਨੂੰ ਸ਼ਰਧਾਂਜਲੀ ਜਿਹੜੀ ਆ ਦਿੱਤੀ ਆ। ਇਸ ਮੌਕੇ ਜਿਵੇਂ ਕਿ ਪਰਿਵਾਰ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਦਸਤਾਰਾਂ ਸਜਾ ਕੇ ਆਈਆਂ ਜਾਣ। ਬਹੁਤ ਸਾਰੇ ਲੋਕ ਦਸਤਾਰਾਂ ਸਜਾ ਕੇ ਪਹੁੰਚੇ ਸੀਗੇ। ਉਹਨਾਂ ਦੇ ਜਿਹੜੇ ਪ੍ਰਸ਼ੰਸਕ ਸੀਗੇ, ਕਿਸੇ ਨੇ ਟੀ-ਸ਼ਰਟ ਪਾਈ ਹੋਈ ਸੀ, ਕਿਸੇ ਨੇ ਉਹਨਾਂ ਦਾ ਝੰਡਾ ਜਾਂ ਬੈਨਰ ਜਿਹੜਾ ਆ ਉਹ ਫੜਿਆ ਹੋਇਆ ਸੀਗਾ। ਸੋ ਪਰਿਵਾਰ ਨੇ ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਸਟੇਜ ਸੰਭਾਲੀ ਆ। ਇਹੋ ਜਿਹਾ ਬਹੁਤ ਹੀ ਵੱਡਾ ਦੁਖਦ ਵੇਲਾ ਜਦੋਂ ਕਿ ਪਰਿਵਾਰ ਨੂੰ ਆਪਣਾ ਆਪ ਸੰਭਾਲਣਾ ਹੀ ਔਖਾ ਹੋ ਜਾਂਦਾ। ਸੋ ਇੱਥੋਂ ਉਹਨਾਂ ਦੀ ਦ੍ਰਿੜਤਾ ਦੀ ਜਿਹੜੀ ਆ ਮਿਸਾਲ ਮਿਲਦੀ ਆ ਮਾਤਾ ਪਿਤਾ ਦੀ ਕਿ ਐਡੇ ਵੱਡੇ ਦੁੱਖ ਦੇ ਵਿੱਚੋਂ ਗੁਜ਼ਰਦਿਆਂ ਹੋਇਆਂ ਵੀ
ਉਹਨਾਂ ਨੇ ਬਹੁਤ ਜਿਹੜੀ ਹੈ ਇੱਕ ਮਿਸਾਲ ਪੇਸ਼ ਕੀਤੀ ਆ ਕਿ ਆਪਣਾ ਇੱਕ ਜਿਗਰ ਦਾ ਟੋਟਾ ਗਵਾਉਣ ਤੋਂ ਬਾਅਦ ਵੀ ਉਹਨਾਂ ਨੇ ਲੋਕਾਂ ਨੂੰ ਜਿਹੜਾ ਉਹ ਸੰਦੇਸ਼ ਦਿੱਤਾ ਜਿਹੜਾ ਕਿ ਭਲੇ ਦਾ ਹੋਵੇ, ਸਿੱਧੇ ਰਾਹ ਪਾਉਣ ਵਾਲਾ ਹੋਵੇ। ਸੋ ਬੇਸ਼ੱਕ ਬਹੁਤ ਸਾਰੇ ਰਾਜਸੀ ਆਗੂ, ਬਹੁਤ ਸਾਰੇ ਗਾਇਕ, ਬਹੁਤ ਸਾਰੇ ਵੱਡੇ ਵੱਡੇ ਲੋਕ ਇਸ ਸਮਾਗਮ ਵਿੱਚ ਪਹੁੰਚੇ ਸੀ, ਪਰ ਉਹਨਾਂ ਨੂੰ ਬੋਲਣ ਦਾ ਸਮਾਂ ਜਿਹੜਾ ਆ ਨਹੀਂ ਦਿੱਤਾ ਗਿਆ। ਸਿੱਧੂ ਮੂਸੇਵਾਲੇ ਦੇ ਪਿਤਾ ਜੀ, ਮਾਤਾ ਜੀ ਨੇ ਹੀ ਸੰਬੋਧਨ ਕੀਤਾ ਅਤੇ ਕਿ ਆਪਣੀਆਂ ਜਿਹੜੀਆਂ ਯਾਦਾਂ ਸੀਗੀਆਂ ਸ਼ੁਭਦੀਪ ਸਿੰਘ ਸਿੱਧੂ ਦੇ ਨਾਲ ਬਿਤਾਏ ਪਲ ਸੀਗੇ ਉਹ ਯਾਦ ਕੀਤੇ, ਕੁਝ ਭਾਵੁਕ ਪਲ ਜਿਹੜੇ ਆ ਸਾਂਝੇ ਕੀਤੇ, ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਗਿਲਾ ਕੀਤਾ ਕਿ ਸਾਡੇ ਹਰੇਕ ਦੁੱਖ ਸੁੱਖ ਨੂੰ ਕਹਿ ਲਓ ਵੀ ਇੱਕ ਤਰੀਕੇ ਨਾਲ ਵਪਾਰਕ ਤਰੀਕੇ ਪੇਸ਼ ਕੀਤਾ ਜਾ ਰਿਹਾ, ਅਤੇ ਕਿਤੇ ਨਾ ਕਿਤੇ ਸਿੱਧੂ ਦੀ ਇਹ ਇਮੇਜ ਬਣਾਉਣ ਦੇ ਵਿੱਚ, ਸਿੱਧੂ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਵੀ ਸੋਸ਼ਲ ਮੀਡੀਆ ਨੂੰ ਉਹਨਾਂ ਨੇ ਦੋਸ਼ੀ ਦੱਸਿਆ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ, ਇਹਨੂੰ ਇਸ ਵਿੱਚੋਂ ਕੱਢਣ ਦੀ ਬੜੀ ਲੋੜ ਆ। ਉਹ ਕਹਿੰਦੇ ਅੱਜ ਮੇਰਾ ਘਰ ਉਜੜਿਆ, ਮੈਂ ਨਹੀਂ ਚਾਹੁੰਦਾ ਕਿਸੇ ਹੋਰ ਦਾ ਘਰ ਜਿਹੜਾ ਆ ਇਸ ਤਰੀਕੇ ਉਜੜੇ। ਬਾਕੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੈਂ ਹਾਲੇ ਸਮਾਂ ਦੇਣਾ ਚਾਹੁੰਦਾ ਹਾਂ ਤਾਂ ਕਿ ਇਨਸਾਫ ਜਿਹੜਾ ਸਾਨੂੰ ਮਿਲ ਸਕੇ, ਪਰ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਫਿਰ ਹੋਰ ਆਪਣੇ ਤਰੀਕੇ ਲੈਣ ਦੀ ਕੋਸ਼ਿਸ਼ ਕਰਨਗੇ। ਅਤੇ ਅਗਲੇ ਸੰਘਰਸ਼ ਬਾਰੇ ਫਿਰ ਮੈਂ ਆਪਣੇ ਬੇਟੇ ਦੇ ਪੇਜ ਤੋਂ ਕਹਿੰਦੇ ਮੈਂ ਲਾਈਵ ਹੋ ਕੇ ਦੱਸਾਂਗਾ ਜੇਕਰ ਮੈਨੂੰ ਪੰਜਾਬ ਸਰਕਾਰ, ਪੰਜਾਬ ਪੁਲਿਸ ਤੋਂ ਇਨਸਾਫ ਜਿਹੜਾ ਆ ਨਹੀਂ ਮਿਲਦਾ। ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਜੀ ਨੇ ਇੱਕ ਵਾਰੀ ਫਿਰ ਇਹ ਗੱਲ ਦੁਹਰਾਈ ਕਿ ਸਾਨੂੰ ਇੱਦਾਂ ਪ੍ਰਤੀਤ ਹੁੰਦਾ ਸੀਗਾ ਕਿ ਸਾਡਾ ਸਭ ਕੁਝ ਜਿਹੜਾ ਚਲੇ ਗਿਆ, ਪਰ ਜਿਸ ਤਰੀਕੇ ਦੇ ਨਾਲ ਦੇਸ਼ ਵਿਦੇਸ਼ ਵਿੱਚੋਂ ਲੋਕਾਂ ਨੇ ਸਾਨੂੰ ਪਿਆਰ ਸਤਿਕਾਰ ਦਿੱਤਾ ਆ, ਸਾਨੂੰ ਥੋੜ੍ਹਾ ਹੌਸਲਾ ਹੋਇਆ ਆ। ਅਸੀਂ ਬੇਨਤੀ ਕਰਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਉਹਦੀ ਯਾਦ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਕਿਤੇ ਵੱਸਦੇ ਆ ਇੱਕ ਇੱਕ ਬੂਟਾ ਜਿਹੜਾ ਲਾਉਣ, ਸਿਰਫ ਲਾਉਣੇ ਨਾ, ਉਹਦੀ ਵਧਾਉਣ ਅਤੇ ਉਹਨੂੰ ਫੈਲਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਵੀ ਆਪਣੇ ਸਿਰ ਲੈਣ। ਅਤੇ ਪਿਤਾ ਨੇ ਵੀ ਇਹ ਕਿਹਾ ਕਿ ਪੱਗਾਂ ਬੰਨ੍ਹ ਕੇ ਜਿਹੜੇ ਆਏ ਆ ਉਹਨਾਂ ਦੇ ਸੱਦੇ ਦੇ ਉੱਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ, ਅਤੇ ਇਹ ਪੱਗਾਂ ਸਦਾ ਹੀ ਸਿਰ ਦੇ ਉੱਤੇ ਜਿਹੜੀਆਂ ਰਹਿਣੀਆਂ ਚਾਹੀਦੀਆਂ। ਸਿੱਧੂ ਮੂਸੇਵਾਲੇ ਦਾ ਜਾਣਾ ਇੱਕ ਬਹੁਤ ਹੀ ਹੌਲਨਾਕ ਵਰਤਾਰਾ ਆ। ਬੇਸ਼ੱਕ ਕਿਸੇ ਵੀ ਵਿਚਾਰਧਾਰਾ ਦੇ ਨਾਲ ਬੰਦਾ ਜੁੜਿਆ ਹੋਇਆ ਆ, ਪਰ ਜਿਹੜਾ ਬੰਦਾ ਜਜ਼ਬਾਤੀ ਤੌਰ ਦੇ ਉੱਤੇ ਜਿਹਦੀਆਂ ਜੜ੍ਹਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਜਿਹੜਾ ਚੱਤੋ ਪੈਰ ਪੰਜਾਬ ਦੀ ਸੁੱਖ ਮੰਗਦਾ ਆ, ਉਹਦਾ ਅੰਦਰ ਹਿਲਾ ਦਿੱਤਾ ਜੀ ਇਸ ਘਟਨਾ ਨੇ। ਪਹਿਲਾਂ ਦੀਪ ਸਿੱਧੂ ਦਾ ਚਲੇ ਜਾਣਾ, ਫਿਰ ਉਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਦਾ ਕਤਲ, ਉਸ ਤੋਂ ਬਾਅਦ ਸਿੱਧੂ ਮੂਸੇਵਾਲਿਆਂ ਦਾ ਮਾਰਾ ਜਾਣਾ। ਇਹ ਵੱਡੇ ਵਿਛੋੜੇ ਆ ਜਿਹਨਾਂ ਨੂੰ ਸਹਿਣਾ ਪੰਜਾਬੀਆਂ ਦੇ ਵਾਸਤੇ ਬੜਾ ਔਖਾ ਹੋਇਆ ਪਿਆ। ਇਸ ਕਰਕੇ ਸੋਸ਼ਲ ਮੀਡੀਆ ਉੱਤੇ ਵਾਰ-ਵਾਰ ਉਹ ਚੀਜ਼ਾਂ ਆਈ ਜਾਂਦੀਆਂ, ਬੰਦੇ ਇਕੱਲਿਆਂ ਬਹਿ ਕੇ ਰੋ ਰਹੇ ਆ, ਧਾਹਾਂ ਮਾਰ ਰਹੇ ਆ, ਡਿਪਰੈਸ਼ਨ ਵਿੱਚ ਜਾ ਰਹੇ ਆ। ਸੋ ਬਹੁਤ ਵੱਡੀ ਇੱਕ ਜਿਹੜੀ ਆ ਕਹਿ ਲਓ ਕਿ ਸਾਂਝੀ ਪੀੜ ਆ ਪੰਜਾਬੀਆਂ ਦੀ, ਜਿਹੜੀ ਕਿਤੇ ਵਿੱਚੋਂ ਇਸ ਵੇਲੇ ਉਹ ਲੰਘ ਰਹੇ ਆ। ਅਰਦਾਸ ਕਰ ਸਕਦੇ ਹਾਂ ਕਿ ਵਾਹਿਗੁਰੂ ਮਿਹਰ ਕਰੇ, ਅਗਾਂਹ ਅਜਿਹਾ ਵਕਤ ਜਿਹੜਾ ਕਿਸੇ ਨੂੰ ਨਾ ਦਿਖਾਵੇ। ਸੋ ਇਸ ਵੇਲੇ ਜਿਹੜੀ ਪੰਜਾਬੀ ਆ, ਸਿੱਖ ਆ, ਇੱਕ ਸਮੂਹਿਕ ਚੇਤਨਾ, ਕਲੈਕਟਿਵ ਕੰਸਾਇੰਸ ਦੇ ਵਿੱਚੋਂ ਜਿਹੜੇ ਆ ਉਹ ਗੁਜ਼ਰ ਰਹੇ ਆ ਜੀ। ਇਸ ਦੇ ਨਾਲ ਅਖੀਰ ਵਿੱਚ ਗੱਲਬਾਤ ਕਰਾਂਗੇ ਇਸ ਮਸਲੇ ਦੇ ਬਾਰੇ ਹੀ ਕਿ ਇਹਦੇ ਸੰਬੰਧ ਜਿਹੜੇ ਹੁਣ ਮੁੰਬਈ ਅੰਡਰਵਰਲਡ ਦੇ ਨਾਲ ਜੁੜ ਰਹੇ ਆ। ਜੇਕਰ ਹੁਣ ਤੱਕ ਦੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਵੇਰਵਿਆਂ ਦੇ ਉੱਤੇ ਨਿਗਾਹ ਮਾਰੀਏ ਤਾਂ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਪੁਲਿਸ ਸਿੱਧੀ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਇਸ ਦਾ ਮੁੱਖ ਸੂਤਰਧਾਰ ਦੱਸ ਰਹੀ ਹੈ ਕਿ ਜਿਹੜਾ ਮੇਨ ਕੰਮ ਆ ਉਹਨਾਂ ਦਾ ਕੀਤਾ ਹੋਇਆ ਆ। ਹਾਲਾਂਕਿ ਲਾਰੈਂਸ ਬਿਸ਼ਨੋਈ ਵੱਲੋਂ ਇਸ ਕੰਮ ਨੂੰ ਨਕਾਰਿਆ ਗਿਆ ਕਿ ਸਾਡਾ ਕੰਮ ਨਹੀਂ ਹੈਗਾ, ਉਹਦੇ ਨਾਲ ਦੇ ਕਈ ਹੋਰ ਜਿਹੜੇ ਜ਼ਿੰਮੇਵਾਰੀਆਂ ਲੈ ਰਹੇ ਆ, ਪਰ ਜਿਹੜਾ ਮੁੱਖ ਸੂਤਰਧਾਰ ਆ ਲਾਰੈਂਸ ਬਿਸ਼ਨੋਈ ਦੱਸਿਆ ਜਾ ਰਿਹਾ, ਜਿਹੜਾ ਕਿ ਖੁਦ ਇਸ ਵੇਲੇ ਜੇਲ੍ਹ ਵਿੱਚ ਬੰਦ ਆ। ਪਰ ਹੁਣ ਤੱਕ ਜਿੰਨੀ ਵੀ ਜਾਂਚ ਜਿਹੜੀ ਬਾਹਰ ਆਈ ਆ ਉਹਨਾਂ ਦੇ ਵਿੱਚ ਪੁਲਿਸ ਵੱਲੋਂ 8 ਸ਼ੂਟਰਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਗਿਆ ਆ। ਇਹਨਾਂ ਵਿੱਚੋਂ ਇੱਕ ਸੰਤੋਸ਼ ਯਾਦਵ ਮੁੰਬਈ ਅੰਡਰਵਰਲਡ ਦੇ ਅਰੁਣ ਗਾਵਲੀ ਗੈਂਗ ਦੇ ਨਾਲ ਜੁੜਿਆ ਹੋਇਆ ਆ। ਪੰਜਾਬ ਪੁਲਿਸ ਦਾ ਇਹ ਕਹਿਣਾ ਆ ਕਿ ਸੰਤੋਸ਼ ਯਾਦਵ ਜਿਹੜਾ ਆ ਉਹ ਮੂਸੇਵਾਲਿਆਂ ਨੂੰ ਗੋਲੀਆਂ ਮਾਰਨ ਵਾਲਿਆਂ ਵਿੱਚ, ਜਾਣੀ ਕਿ ਸ਼ਾਰਪ ਸ਼ੂਟਰਾਂ ਦੇ ਵਿੱਚ ਸ਼ਾਮਲ ਸੀਗਾ, ਅਤੇ ਉਹਦੇ ਨਾਲ ਮਹਾਰਾਸ਼ਟਰ ਦਾ ਸੌਰਭ ਮਹਾਕਾਲ ਵੀ ਉੱਥੋਂ ਚੱਲ ਕੇ ਪੰਜਾਬ ਆਇਆ ਸੀਗਾ। ਸੋ ਇਹ ਦੋ ਜਾਣੇ ਜਿਹੜੇ ਸਿੱਧੇ ਤੌਰ ਦੇ ਉੱਤੇ ਅਰੁਣ ਗਾਵਲੀ ਗੈਂਗ ਦੇ ਨਾਲ ਦੱਸੇ ਜਾ ਰਹੇ। ਅਰੁਣ ਗਾਵਲੀ ਜਿਹੜੇ ਕਿ ਕਿਸੇ ਵੇਲੇ ਇੱਕ ਵਿਧਾਇਕ ਵੀ ਰਿਹਾ ਆ, ਅਤੇ ਇੱਕ ਕਤਲ ਕੇਸ ਦੇ ਵਿੱਚ ਉਹਨੂੰ ਉਮਰ ਕੈਦ ਹੋਈ ਆ, ਅਤੇ ਇਸ ਵੇਲੇ ਨਾਗਪੁਰ ਜੇਲ੍ਹ ਦੇ ਵਿੱਚ ਬੰਦ ਆ। ਉਹ ਨਾਗਪੁਰ ਜਿੱਥੇ ਕਿ RSS ਦੀਆਂ ਸਰਗਰਮੀਆਂ ਹਮੇਸ਼ਾ ਚੱਲਦੀਆਂ ਰਹਿੰਦੀਆਂ, ਵੱਡਾ ਕੇਂਦਰ ਹੈ ਨਾਗਪੁਰ ਦਾ। ਹੁਣ ਜਿਹੜੀ ਪੰਜਾਬ ਪੁਲਿਸ ਉਹ ਇਹ ਕਹਿ ਰਹੀ ਆ ਕਿ ਜਿਹੜੇ ਮਹਾਰਾਸ਼ਟਰ ਦੇ 2 ਬੰਦੇ ਹੈਗੇ ਆ, ਇਹ ਜਿਹੜੇ ਸ਼ਾਰਪ ਸ਼ੂਟਰਾਂ ਦੇ ਵਿੱਚ ਇਹਨਾਂ ਦਾ ਨਾਂ ਆ ਰਿਹਾ, ਇਹਨਾਂ ਦੇ ਵਾਸਤੇ ਅਸੀਂ ਮਹਾਰਾਸ਼ਟਰ ਪੁਲਿਸ ਤੋਂ ਜਿਹੜੀ ਆ ਮੰਗ ਕੀਤੀ ਆ ਕਿ ਸਾਨੂੰ ਸਹਿਯੋਗ ਦਿੱਤਾ ਜਾਵੇ। ਪਰ ਦੂਜੇ ਪਾਸੇ ਜਿਹੜੇ DGP ਆ ਮਹਾਰਾਸ਼ਟਰ ਦੇ, ਉਹ ਕਹਿ ਰਹੇ ਆ ਕਿ ਸਾਨੂੰ ਪੰਜਾਬ ਪੁਲਿਸ ਦੀ ਹਾਲੇ ਤੱਕ ਇਹੋ ਜਿਹੀ ਕੋਈ ਵੀ ਬੇਨਤੀ ਪ੍ਰਾਪਤ ਨਹੀਂ ਹੋਈ। ਸੋ ਜੇਕਰ ਇਹ ਗੱਲ ਹੁਣ ਗਾਵਲੀ ਹੁਣਾਂ ਨਾਲ ਜੁੜਦੀ ਆ ਜਾ ਕੇ, ਤਾਂ ਕਿਤੇ ਨਾ ਕਿਤੇ ਜਿਹੜਾ ਆ ਉਹ ਐਂਗਲ ਹੋਰ ਵੀ ਬਣਦਾ ਆ। ਇਸ ਕਤਲ ਦੇ ਬਹੁਤ ਸਾਰੇ ਐਂਗਲ ਆ। ਪੰਜਾਬ ਪੁਲਿਸ ਹਾਲੇ ਸਿਰਫ ਅਤੇ ਸਿਰਫ ਲਾਰੈਂਸ ਬਿਸ਼ਨੋਈ ਵੱਲ ਨੂੰ ਸਿੱਧਤ ਹੋ ਕੇ ਇਹਦੀ ਜਾਂਚ ਕਰ ਰਹੀ ਆ, ਪਰ ਬਾਕੀ ਐਂਗਲ ਜਿਹੜੇ ਆ ਉਹ ਵੀ ਅਣਗੌਲੇ ਨਹੀਂ ਜਾਣੇ ਚਾਹੀਦੇ। ਤੁਹਾਨੂੰ ਸਭ ਨੂੰ ਚੇਤਾ ਹੋਊਗਾ ਕਿ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਵਰਿੰਦਰ ਨੂੰ ਵੀ ਪੰਜਾਬ ਦੇ ਵਿੱਚ ਸ਼ੂਟਿੰਗ ਸਮੇਂ ਇੱਕ ਵਾਰੀ ਕਤਲ ਕਰ ਦਿੱਤਾ ਗਿਆ ਸੀਗਾ, ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ।
ਉਦੋਂ ਬਈ ਬੰਬੇ ਦੇ ਕੁਝ ਕਲਾਕਾਰਾਂ ਦਾ ਨਾਂ ਉਹਦੇ ਵਿੱਚ ਆਇਆ ਸੀਗਾ। ਮੁੜ ਕੇ ਜਿਹੜੀ ਇਹ ਸਾਰੀ ਜਾਂਚ ਕਿਸੇ ਪਾਸੇ ਲੱਗੀ ਨਹੀਂ, ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਵਰਿੰਦਰ ਦੇ ਕਾਤਲ ਕੌਣ ਸੀਗੇ, ਕਿਉਂਕਿ ਉਸ ਵੇਲੇ ਖਾੜਕੂਵਾਦ ਦਾ ਸਮਾਂ ਸੀਗਾ। ਬੇਸ਼ੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਇਹ ਗੱਲ ਆਪਣੇ ਆਪ ਹੀ ਸਮਝ ਲਈ ਕਿ ਸ਼ਾਇਦ ਖਾੜਕੂਆਂ ਨੇ ਮਾਰ ਦਿੱਤਾ ਹੋਣਾ, ਪਰ ਹਜੇ ਤੱਕ ਜਿਹੜੇ ਉਹਦੇ ਅਸਲੀ ਕਾਤਲ ਨਹੀਂ ਲੱਭ ਸਕੇ, ਨਾ ਇਨਸਾਫ ਜਿਹੜਾ ਆ ਮਿਲ ਸਕਿਆ ਆ। ਸੋ ਪੁਲਿਸ ਨੂੰ ਸਾਰੇ ਐਂਗਲਾਂ ਤੋਂ ਕੰਮ ਕਰਨਾ ਚਾਹੀਦਾ। ਤਾਂ ਜੇਕਰ ਇਹ ਜਿਹੜੇ ਪੰਜਾਬ ਪੁਲਿਸ ਦੀ ਜਾਂਚ ਹੀ ਸਿੱਧ ਕਰ ਰਹੀ ਆ ਕਿ ਇਹ ਅਰੁਣ ਗਾਵਲੀ ਗੈਂਗ ਦੇ ਬੰਦੇ ਆ, ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 800 ਦੇ ਕਰੀਬ ਜਿਹੜੇ ਖਤਰਨਾਕ ਲੋਕ ਉਸ ਗੈਂਗ ਵਿੱਚ ਸ਼ਾਮਲ ਆ, ਅਤੇ ਬੰਬੇ ਦੇ ਵਿੱਚ ਸਪਾਰੀ ਕਿੰਗ ਵਜੋਂ ਜਾਣਿਆ ਜਾਂਦਾ ਉਹਨੂੰ, ਅਤੇ ਦਾਊਦ ਇਬਰਾਹਿਮ ਦੇ ਸਖਤ ਵਿਰੋਧੀ ਵਜੋਂ ਜਾਣਿਆ ਜਾਂਦਾ ਉਹਨੂੰ। ਸੋ ਜੇਕਰ ਕਿਸੇ ਤਰੀਕੇ ਇਹਨਾਂ ਦਾ ਹੱਥ ਵਿੱਚ ਹੈਗਾ, ਇਸ ਐਂਗਲ ਤੋਂ ਜਾਂਚ ਕਰਨੀ ਚਾਹੀਦੀ ਹੈ, ਮਹਾਰਾਸ਼ਟਰ ਪੁਲਿਸ ਦੀ ਸਹਾਇਤਾ ਲੈਣੀ ਚਾਹੀਦੀ ਹੈ, ਤਾਂ ਕਿ ਸਿੱਧੂ ਮੂਸੇਵਾਲੇ ਦੇ ਅਸਲ ਕਾਤਲ ਜਿਹੜੇ ਆ ਉਹ ਫੜੇ ਜਾ ਸਕਣ। ਇੱਥੇ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।